ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਆਪਣੀ ਕਲਾਸ 9th ਦਾ ਚੈਪਟਰ 2 ਪੋਲੀਨੋਮੀਅਲਸ ਬਹੁਪਦ। ਉਸ ਦੇ ਬਾਰੇ ਇੰਟਰੋਡਕਸ਼ਨ ਦੀ ਕਲਾਸ ਆਪਾਂ ਪਹਿਲਾਂ ਲਵਾਂਗੇ। ਸੋ ਚੈਪਟਰ ਦਾ ਨਾਮ ਕੀ ਹੈ ਸਾਡਾ ਬਹੁਪਦ। ਤੋਂ ਅਸੀਂ ਬਹੁਪਦ ਤੋਂ ਸ਼ੁਰੂ ਕਰੀਏ ਤਾਂ ਟਾਈਪਸ ਆਫ ਪੋਲੀਨੋਮੀਅਲਸ ਅਸੀਂ ਕਰਾਂਗੇ, ਬਹੁਪਦ ਦੀਆਂ ਕਿਸਮਾਂ। ਸੋ ਬਹੁਪਦ ਤੋਂ ਪਹਿਲਾਂ ਬਹੁਪਦ ਦੀਆਂ ਕਿਸਮਾਂ ਬਾਰੇ ਜਾਣਨਾ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਉਸ ਤੋਂ ਵੀ ਜ਼ਰੂਰੀ ਹੈ ਕੁਝ ਸਾਡੇ ਕੋਲ ਟਰਮੀਨੋਲੋਜੀ ਹੁੰਦੀ ਹੈ, ਕੋਈ ਉਸਦੇ ਜੋ ਜਿਹੜੇ ਵਰਡਸ ਉਸ ਦੇ ਵਿੱਚ ਚੈਪਟਰ ਚ ਆਣਗੇ ਉਹਨਾਂ ਬਾਰੇ। ਚੱਲ, ਅਚਲ, ਘਾਤ ਅਤੇ ਗੁਣਾਂਕ। ਹੁਣ ਇਸ ਦੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਇਹਨਾਂ ਸ਼ਬਦਾਂ ਬਾਰੇ ਜਾਣ ਲਈਏ। ਜਿਵੇਂ ਕਿ ਅਸੀਂ ਪਿਛਲੀਆਂ ਕਲਾਸਾਂ ਵਿੱਚ ਵੇਖਿਆ ਆਪਣੀ ਕੁਝ ਵਿਅੰਜਕ ਅਸੀਂ ਪੜ੍ਹੇ ਸੀਗੇ, ਜਿਸ ਤਰ੍ਹਾਂ ਮੰਨ ਕੇ ਅਸੀਂ 3x ਇਸ ਤਰ੍ਹਾਂ ਦਾ ਅਸੀਂ ਗਣਿਤਿਕ ਵਿਅੰਜਕ ਲੈਂਦੇ ਹਾਂ, ਅਲਜਬਰਿਕ ਐਕਸਪ੍ਰੈਸ਼ਨ। ਇਹ ਅਲਜਬਰਿਕ ਲਿਆ ਸੀ ਕੁਝ 3x। ਹੁਣ 3x ਦੀ ਗੱਲ ਕਰੀਏ ਤਾਂ ਜਿਹੜਾ ਇਸ ਦੇ ਵਿੱਚ x ਹੈ ਇਹ ਉਹ ਇੱਕ ਸਾਡਾ ਵਿਅੰਜਕ ਹੋਏਗਾ ਜਿਸ ਦੀ ਸੰਖਿਆ ਜਿਹੜੀ ਹਮੇਸ਼ਾ ਬਦਲਦੀ ਰਹੇਗੀ, ਠੀਕ ਹੈ, ਬਦਲਦੀ ਜਾਂਦੀ ਰਹਿੰਦੀ ਹੈ। ਸੋ 3 ਤਾਂ ਇੱਕ ਪ੍ਰੋਪਰ ਨੰਬਰ ਹੋ ਗਿਆ ਸਾਡਾ 3। ਮਤਲਬ ਜੇ ਕਿਸੇ ਚੀਜ਼ ਦੀ ਸੰਖਿਆ 3 ਹੈ ਤਾਂ 3 ਹੀ ਰਹੇਗੀ। ਮਤਲਬ ਕਿ ਜਿਸ ਤਰ੍ਹਾਂ ਸਾਡੀਆਂ ਅੱਖਾਂ ਕਿੰਨੀਆਂ ਨੇ 2, ਮਤਲਬ ਕਿ 2 ਹੀ ਹੈ, ਫਿਕਸ ਹੈ। ਸਾਡੀ ਕੰਨ 2 ਨੇ, 2 ਨੇ, ਬਾਹਾਂ ਸਾਡੀਆਂ 2 ਨੇ, ਲੱਤਾਂ 2 ਨੇ, ਪੈਰ 2 ਨੇ, ਹੱਥ 2 ਨੇ ਸਾਡੇ, ਠੀਕ ਹੈ। ਇਸ ਤਰ੍ਹਾਂ ਇਹ ਫਿਕਸ ਚੀਜ਼ਾਂ ਨੇ ਸਾਡੀਆਂ। ਤਾਂ ਇਹ ਜਿਹੜੀ ਚੀਜ਼ ਫਿਕਸ ਰਹਿੰਦੀ ਹੈ ਇਸ ਨੂੰ ਅਸੀਂ ਅਚਲ ਬੋਲ ਦਿੰਦੇ ਹਾਂ, ਠੀਕ ਹੈ। ਇਹ ਸਾਡਾ ਕੀ ਰਹੇਗਾ? ਅਚਲ, ਕਾਂਸਟੈਂਟ ਚੀਜ਼। ਇਸ ਦੇ ਅਕੋਰਡਿੰਗਲੀ ਅਸੀਂ ਚੱਲਦੇ ਤੇ ਸਾਡਾ ਮਤਲਬ ਕਿ 3 ਰਹੇਗਾ ਸਾਡਾ ਅਚਲ, ਕੋਈ ਵੀ ਨੰਬਰ ਜਿਹੜਾ ਸਾਡਾ ਇਸ ਤਰ੍ਹਾਂ ਦਾ ਹੋਏਗਾ। ਸੋ ਇਸ ਤੋਂ ਵੀ ਇਲਾਵਾ ਇੱਕ ਹੋਰ ਐਗਜ਼ਾਮਪਲ ਸਾਡੇ ਕੋਲ ਕਈ ਵਾਰ ਹੁੰਦੀਆਂ ਨੇ। ਮੰਨ ਲਓ ਕਿ ਸਾਡੇ ਕੋਲ ਲਿਖਿਆ ax, bx ਜਾਂ cy ਇਸ ਤਰ੍ਹਾਂ। ਸੋ x ਜਾਂ y ਜਿਹੜੇ ਸਾਡੇ ਕੋਲ ਹੋਣਗੇ ਇਹ ਸਾਡੇ ਅਚਲ ਰਹਿਣਗੇ, ਸਾਡੇ ਚੱਲ ਰਹਿਣਗੇ, ਵੇਰੀਏਬਲਸ ਰਹਿਣਗੇ ਸਾਡੇ। ਜਿਸ ਤਰ੍ਹਾਂ ਇੱਥੇ ਵੇਰੀਏਬਲ ਸਾਡੇ ਕੋਲ x ਹੋਏਗਾ, ਇਸ ਦੇ ਨਾਲ ਹੀ ਸਾਡਾ y ਵੀ ਵੇਰੀਏਬਲ ਰਹੇਗਾ। ਇਹਨਾਂ ਦੀ ਸੰਖਿਆ ਜਿਹੜੀ ਸਾਡੇ ਕੋਲ ਬਦਲਦੀ ਰਹਿੰਦੀ ਹੈ। ਸੋ a b c ਸਾਡੇ ਕੋਲ ਕੀ ਰਹਿਣਗੇ? a b c ਇਹ ਸਾਡੇ ਅਚਲ ਜਾਂ ਕਾਂਸਟੈਂਟ ਟਰਮਸ ਜਿਹੜੀਆਂ ਸਾਡੀਆਂ ਉਹ ਰਹਿਣਗੀਆਂ। ਸੋ ਹੁਣ ਇਸ ਤੋਂ ਬਾਅਦ ਅਸੀਂ ਘਾਤ ਦੀ ਗੱਲ ਕਰੀਏ। ਸੋ ਇਸ ਤਰ੍ਹਾਂ ਦੀਆਂ ਤੁਸੀਂ ਵਿਅੰਜਕ ਜਿਹੜੇ ਨੇ ਪਿਛਲੀ ਕਲਾਸ ਵਿੱਚ ਪੜ੍ਹੇ ਹੋਣਗੇ। ਸੋ ਜੇਕਰ ਇਸ ਦੀ ਘਾਤ ਵੇਖੀਏ ਤਾਂ ਇਸ ਚੀਜ਼ ਨੂੰ ਅਸੀਂ ਉੱਪਰ ਜੋ ਲਿਖਿਆ ਹੁੰਦਾ ਇਸ ਨੂੰ ਅਸੀਂ ਘਾਤ ਬੋਲਦੇ ਸੀ, ਠੀਕ ਹੈ। ਸੋ ਇਸ ਦੀ ਘਾਤ ਕਿੰਨੀ ਹੈ? 2। ਸਭ ਤੋਂ ਵੱਡੀ ਘਾਤ ਦੇਖੋ 2 ਆ ਰਹੀ ਹੈ ਸਾਡੇ ਕੋਲ, ਇੱਥੇ 2 ਹੈ, ਇੱਥੇ 1 ਹੈ, ਇੱਥੇ ਸਾਡੇ ਕੋਲ 0 ਹੈ। ਸੋ ਇਹ ਘਾਤ ਕਿੰਨੀ ਹੁੰਦੀ ਹੈ ਸਾਡੇ ਕੋਲ? ਹਾਈਐਸਟ ਪਾਵਰ, ਵੱਡੀ ਘਾਤ ਹਾਈਐਸਟ ਪਾਵਰ। ਸੋ ਇਸ ਦੇ ਵਿੱਚ ਸਾਡੇ ਕੋਲ ਘਾਤ ਕਿੰਨੀ ਹੋਏਗੀ? 2। ਮਤਲਬ ਕਿ ਜੇ ਇੱਥੇ ਸਾਡੇ ਕੋਲ ਇਸ ਤਰ੍ਹਾਂ 3 ਹੋ ਜਾਏ, ਇੱਥੇ 2 ਆ ਜਾਏ ਤਾਂ ਸਾਡੇ ਕੋਲ ਘਾਤ ਕਿੰਨੀ ਬਣ ਜਾਏਗੀ? ਫਿਰ ਘਾਤ ਸਾਡੀ ਬਣ ਜਾਏਗੀ 3 ਘਾਤ ਬਣ ਜਾਏਗੀ। ਹੁਣ ਗੁਣਾਂਕ ਦੀ ਗੱਲ ਕਰੀਏ, ਕੋਐਫੀਸ਼ੀਐਂਟ ਦੀ। ਗੁਣਾਂਕ ਨੂੰ ਧਿਆਨ ਨਾਲ ਸਮਝਣਾ ਹੈ। ਗੁਣਾ ਅੰਕ, ਇਸ ਤਰ੍ਹਾਂ ਦੋ ਸ਼ਬਦਾਂ ਦਾ ਮੇਲ ਹੈ। ਗੁਣਾ ਅੰਕ, ਕਿਹੜਾ ਅੰਕ ਗੁਣਾ ਹੋ ਰਿਹਾ ਹੈ ਕਿਹਦੇ ਨਾਲ? ਕਿਸੇ ਵੇਰੀਏਬਲ ਦੇ ਨਾਲ। ਹੁਣ x ਦੇ ਨਾਲ ਦੇਖੋ ਕਿਹੜਾ ਅੰਕ ਗੁਣਾ ਹੋ ਰਿਹਾ ਹੈ? 3। ਸੋ ਇਸ ਤਰ੍ਹਾਂ ਵੇਰੀਏਬਲ ਦੇ ਨਾਲ ਜਿਹੜਾ ਵੀ ਨੰਬਰ ਪਿਆ ਹੋਵੇ ਸਾਡਾ ਉਹ ਸਾਡਾ ਗੁਣਾਂਕ ਜਾਂ ਕੋਐਫੀਸ਼ੀਐਂਟ ਹੋਏਗਾ। ਸੋ ਇਸ ਤਰ੍ਹਾਂ ਸਾਡਾ ਇੱਥੇ ਗੁਣਾਂਕ ਕਿਹੜਾ ਹੈ? 3। ਇਸ ਦੀ ਗੱਲ ਕਰੀਏ ਤਾਂ x ਦੀ 3 ਦਾ ਗੁਣਾਂਕ ਕਿਹੜਾ ਹੋਏਗਾ ਸਾਡਾ? 2 ਹੋਏਗਾ। ਇਸ ਤਰ੍ਹਾਂ ਹੀ x ਦੀ 2 ਦਾ, ਇਸ ਦੇ ਵਿੱਚ x ਦੀ 2 ਨਾਲ ਕੀ ਪਿਆ ਹੈ? 2, ਤਾਂ ਇਹਦਾ ਗੁਣਾਂਕ ਕਿੰਨਾ ਹੋਏਗਾ? 2। ਸੋ ਅੱਗੇ ਸੰਖਿਆ ਦੇਖਣੀ ਹੈ ਕਿਹੜੀ ਲਿਖੀ ਹੈ ਉਹ ਸਾਡਾ ਗੁਣਾਂਕ ਜਿਹੜਾ ਰਵੇਗਾ। ਮੰਨ ਲਓ ਜੇ ਸਾਡੇ ਕੋਲ ਲਿਖਿਆ ਹੈ x ਦੀ 4। ਸੋ ਇਸ ਦਾ ਗੁਣਾਂਕ ਲੱਭਣ ਨੂੰ ਕਿਹਾ ਤਾਂ x ਤੋਂ ਪਹਿਲਾਂ ਦੇਖੋ ਸਾਡੇ ਕੋਲ ਕੀ ਆ ਰਿਹਾ ਹੈ? ਇੱਥੇ ਕੁਝ ਲਿਖਿਆ ਹੈ? ਨਹੀਂ ਲਿਖਿਆ। ਇਹਦਾ ਮਤਲਬ ਜਦੋਂ ਕੁਝ ਨਾ ਹੋਵੇ ਤਾਂ ਉੱਥੇ 1 ਹੁੰਦਾ ਹੈ ਸਾਡਾ। ਤਾਂ ਇਸ ਦਾ ਗੁਣਾਂਕ ਕਿਹੜਾ ਰਹਿ ਜਾਏਗਾ ਸਾਡੇ ਕੋਲ? 1 ਰਹਿ ਜਾਏਗਾ। ਤਾਂ ਇਸ ਦੀ ਘਾਤ ਕਿੰਨੀ ਹੋਏਗੀ? 4 ਹੋਏਗੀ। ਸੋ ਇਹ ਸੀ ਸਾਡੇ ਕੋਲ ਚੱਲ, ਘਾਤ ਤੇ ਗੁਣਾਂਕ। ਬਾਕੀ ਅਸੀਂ ਜਿਸ ਤਰ੍ਹਾਂ ਆਪਣੀਆਂ ਪੋਲੀਨੋਮੀਅਲ ਦੀਆਂ ਟਾਈਪਸ ਜਾਂ ਕਿਸਮਾਂ ਦੀ ਗੱਲ ਕਰਾਂਗੇ ਉਸ ਦੇ ਨਾਲ ਅਸੀਂ ਇਸ ਕਨਸੈਪਟ ਨੂੰ ਨਾਲ ਫਿਰ ਜਿਹੜਾ ਡਿਸਕਸ ਹੈ ਅਸੀਂ ਉਹ ਕਰ ਲਾਂਗੇ। ਸੋ ਸਭ ਤੋਂ ਪਹਿਲੀ ਜਿਹੜੀ ਸਾਡੇ ਕੋਲ ਆਉਂਦੀ ਹੈ ਇਸ ਦੀ ਟਾਈਪ। ਸੋ 2 ਟਾਈਪਸ ਹੁੰਦੀਆਂ ਨੇ ਇਸ ਦੀਆਂ। ਇਹ ਸਾਡੀ ਕੋਲ ਪਹਿਲੀ ਹੈ, ਇਹ ਅਸੀਂ ਦੂਸਰੀ ਲੈਂਦੇ ਹਾਂ, ਠੀਕ ਹੈ। ਸੋ ਪਹਿਲੀ ਹੈ ਔਨ ਦਾ ਬੇਸਿਸ ਆਫ ਟਰਮਸ, ਪਦਾਂ ਦੇ ਆਧਾਰ ਤੇ। ਸੋ ਪਦ ਕੀ ਹੁੰਦੇ ਹਨ? ਟਰਮਸ ਕੀ ਹੁੰਦੀਆਂ ਹਨ? ਜਿਸ ਤਰ੍ਹਾਂ ਤੁਸੀਂ ਵਿਅੰਜਕ ਦੇਖਦੇ ਹੋ ਲਿਖੇ ਹੋਏ ਆਪਣੀ ਬੁੱਕਸ ਦੇ ਵਿੱਚ, ਅਲਜਬਰਿਕ ਐਕਸਪ੍ਰੈਸ਼ਨ ਤੁਸੀਂ ਦੇਖਦੇ ਹੋ 3x = 4y, x = t, x = z
ਜਮਾ s ਇਸ ਤਰ੍ਹਾਂ। ਸੋ ਇਹ ਸਾਡੇ ਕੀ ਅਲਜਬਰਿਕ ਵਿਅੰਜਕ ਹੁੰਦੇ ਹਨ। ਸੋ ਇੱਥੇ ਦੇਖੋ ਸਾਡੇ ਕੋ ਇਹ ਇੱਕ ਪਦ ਹੋਏਗਾ, ਇਹ ਵੀ ਇੱਕ ਪਦ ਹੈ ਸਾਡੇ ਕੋ। ਸੋ ਦੋ ਸਾਡੇ ਕੋ ਕਿੰਨੇ ਪਦ ਹੋ ਗਏ? 2, मतलब कि 2 टर्म्स हो गई ਸਾਡੇ ਕੋ। ਇੱਥੇ ਵੀ ਇੱਕ ਪਦ ਹੈ, ਇੱਥੇ ਵੀ ਇੱਕ ਹੈ, ਇਹ ਮਿਲਾ ਕੇ ਕਿੰਨੇ ਬਣ ਗਏ? 2 टर्म्स ਬਣ ਗਈਆਂ। ਸੋ 1 2 3। ਸੋ ਇੱਥੇ ਸਾਡੇ ਕੋ ਕਿੰਨੇ ਨੇ? 3 टर्म्स ਨੇ, 3 ਪਦ ਹਨ। ਸੋ ਇੱਥੇ ਜੇਕਰ ਅਸੀਂ ਇਕੱਲਾ ਹੀ x ਲਿਖਦੇ ਹਾਂ ਇਸ ਤਰ੍ਹਾਂ ਜਾਂ ਇਸ ਤਰ੍ਹਾਂ ਲਿਖ ਲਓ, ਇਹ ਸਾਡੇ ਕੋ ਇੱਕ ਪਦ ਹੀ ਰਹੇਗਾ, ਠੀਕ ਆ। ਇੱਕ ਟਰਮ ਸਾਡੇ ਕੋ ਹੈ ਇਸ ਦੇ ਵਿੱਚ ਦਿੱਤੀ ਹੋਈ। ਸੋ ਹੁਣ ਅਸੀਂ ਦੇਖੋ ਪਹਿਲੀ ਕਿ ਲਿਖੀ ਪਦਾਂ ਦੀ ਕਲੀਅਰ ਹੋ ਗਈ। ਸਾਡੇ ਕੋ ਇਹਨਾਂ ਚੀਜ਼ਾਂ ਨੂੰ ਅਸੀਂ ਪਦ ਜਿਹੜਾ ਕਿ ਟਰਮਸ ਅਸੀਂ ਬੋਲਦੇ ਹਾਂ। ਸੋ ਇੱਕ ਪਦੀ ਇਸ ਨੂੰ ਬੋਲਦੇ ਆ ਮੋਨੋਮੀਅਲ। ਇੰਗਲਿਸ਼ ਦੇ ਵਿੱਚ ਮੋਨੋ ਦਾ ਮਤਲਬ ਹੁੰਦਾ ਸਾਡੇ ਕੋ ਇੱਕ, ਮਤਲਬ ਕਿ ਇਸ ਵਿੱਚ ਇੱਕ ਹੀ ਟਰਮ ਹੋਏਗੀ। ਕਿਸ ਤਰ੍ਹਾਂ? ਇਕੱਲਾ x, ਸੋ ਮਾਈਨਸ 2x ਮਾਈਨਸ y ਸਕੁਅਰ ਕੋਮਾ ਮਾਈਨਸ z ਕਿਊਬ। ਸੋ ਸਾਡੇ ਕੋ ਇੱਕ ਹੀ ਹੈ, ਇੱਕ ਪਦ ਹੀ ਹੈ, ठीक है। ਇੱਕ ਹੀ ਟਰਮ ਜਿਹਦੇ ਵਿੱਚ ਸਾਡੇ ਕੋ ਆ ਰਹੀ ਹੈ। ਸੋ ਫਿਰ ਆਉਂਦਾ ਸਾਡੇ ਕੋ ਦੋ ਪਦੀ। ਦੋ ਪਦੀ ਇੱਥੇ ਲਿਖੋ, ਦੇਖੋ ਵਰਡ ਲਿਖਿਆ ਬਾਈ, ਬਾਈ ਦਾ ਮਤਲਬ ਹੁੰਦਾ ਦੋ। ਸੋ ਬਾਇਨੋਮੀਅਲ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਸੋ ਜਿੱਥੇ ਦੋ ਟਰਮਸ ਆਣੀਆਂ ਸਾਡੇ ਕੋ ਉਹ ਸਾਡਾ ਦੋ ਪਦੀ ਹੋਏਗਾ। ਸੋ ਜਿਸ ਤਰ੍ਹਾਂ x y माइनस y प्लस z माइनस 3x प्लस 4y माइनस s जमा t माइनस l प्लस माइनस s। सो इस तरह साडे को देखो दो टर्म्स आ रही हैं तो इसनों असीं दो पदी जां बायनोमियल्स का नाम जिहड़ा असीं दे दिंदे हां। सो इस तो बाद साडे को आंदा है तीन पदी ट्रिनोमियल्स। सो ये ने इसदियां इसी एग्जांपल्स कुछ लिखियां ने, ठीक है। सो फिर आंदा साडे को तीन पदी ट्रिनोमियल। सो ट्री का मतलब कितना होंदा है? तीन साडे को, ठीक है। सो इसदा मतलब इत्थे साडे को कितनियां टर्म्स होणगियां? साडीआं तीन टर्म्स होणगियां। सो एग्जांपल लिखते हैं असीं 3x प्लस 2y प्लस z 4s माइनस 10t माइनस 2 इस तरह हो गया 4s प्लस 8y माइनस l। सो इस तरह देखो साडे को तीन टर्म्स आ रही हैं तो इसनों असीं ट्रिनोमियल जिहड़ा कि बोल दिंदे हाँ। सो ये हो गया साडे कोल। इस विच देखो साडे को इत्थे घात भी दित्ती हो सकदी है 3, इस तरह 4 3 कुछ भी घात दित्ती हो सकदी है। इस दे विच भी साडे को इस तरह घात दित्ती हो सकदी है, ठीक है। पर असीं टर्म्स देखनी है कितनियां साडे को 1 2 1 2 1 2 इस तरह दो दो ने 1 2 3 1 2 3। सो इस तरह जो एक टर्म आती है तो साडे को की होएगा एक पदी ਜਾਂ ਜਿਸ ਨੂੰ ਕਹਿੰਦੇ ਮੋਨੋਮੀਅਲ। ਜੇਕਰ ਦੋ ਟਰਮਸ ਆਉਂਦੀਆਂ ਦੋ ਪਦ ਆਉਂਦੇ ਹਨ ਤਾਂ ਸਾਡਾ ਦੋ ਪਦੀ ਆ ਬਾਇਨੋਮੀਅਲ। ਅਗਰ ਤਿੰਨ ਟਰਮਸ ਆਉਂਦੀਆਂ ਤਾਂ ਟ੍ਰਿਨੋਮੀਅਲ ਤੇ ਤਿੰਨ ਪਦੀ ਸਾਡਾ ਕਹਿਲਾਉਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਦੂਸਰੀ ਟਾਈਪ ਆਉਂਦੀ ਹੈ ਜਿੱਥੇ ਲਿਖਿਆ ਸੀ ਕਿ ਪਦਾਂ ਦੀਆਂ ਕਿਸਮਾਂ ਔਨ ਦਾ ਬੇਸਿਸ ਆਫ ਪਾਵਰਸ। ਪਾਵਰਸ ਮਤਲਬ ਕਿ ਘਾਤਾਂ ਦੇ ਆਧਾਰ ਤੇ। ਸੋ ਜਦੋਂ ਘਾਤਾਂ ਦੇ ਆਧਾਰ ਤੇ ਗੱਲ ਕੀਤੀ ਜਾਂਦੀ ਹੈ ਸੋ ਇਸ ਦੀ ਰੇਖੀ ਬਹੁਪਦ ਹੈ। ਰੇਖੀ ਬਹੁਪਦ ਦੀ ਜਿਹੜੀ ਘਾਤ ਹੁੰਦੀ ਹੈ ਸਾਡੇ ਕੋਲ घात ਜਾਂ पावर ਜਿਹੜੀ ਹੁੰਦੀ ਹੈ ਉਹ ਹੁੰਦੀ ਹੈ 1। ਸੋ ਇਸ ਦੀਆਂ ਐਗਜ਼ਾਮਪਲ ਸਾਡੇ ਕੋਲ ਰਹਿਣਗੀਆਂ x minus y x plus 3। ਸੋ ਹੋਰ ਐਗਜ਼ਾਮਪਲ ਲਿਖੇ ਤਾਂ ਸਾਡੇ ਕੋਲ ਸਕਦੀ ਹੈ t plus root 2 एक्सेट्रा। सो इस तरह साडे को होर भी एग्जाम्पल जिहड़ियां इसदियां हो सकदियां हैं, पर ध्यान रखना कि इसकी घात कितनी होनी चाहिए 1। सो जिस तरह ये वेरीएबल है चल है इस दे ऊपर की लिखा है कुछ नहीं ना लिखा, मतलब इत्थे की होएगा 1 होएगा। इस तरह y के ऊपर 1 होएगा, x के ऊपर भी 1 होएगा, इधर t के ऊपर भी 1 जिहड़ी पावर है जां घात जिहड़ी वो होवेगी। सो इस तो बाद साडा आंदा है 2 नंबर दो घाती बहुपद। सो दो घाती बहुपद तो क्लीयर हुंदा है कि घात कितनी हो जाएगी साडी घात या पावर जी साडी को होएगी वो होएगी 2। सो इस दियां एग्जाम्पल्स साडे को एक्स स्क्वायर प्लस 1 माइनस वाई स्क्वायर प्लस 3 1 ओवर वाई स्क्वायर प्लस 2
ਸੋ ਇਹ ਨੇ ਇਸ ਦੀਆਂ ਐਗਜ਼ਾਮਪਲਸ। ਦੇਖੋ ਇਹਦੀ ਘਾਤ ਕਿੰਨੀ ਹੈ 2, ਇੱਥੇ ਵੀ 2 ਹੈ, ਇੱਧਰ ਵੀ ਸਾਡੀ ਘਾਤ ਕਿੰਨੀ ਹੈ 2 ਘਾਤ ਜਿਹੜੀ ਸਾਡੇ ਕੋਲ ਦਿੱਤੀ ਗਈ ਹੈ। ਸੋ ਇਸ ਨੂੰ ਅਸੀਂ ਕੁਆਡਰੇਟਿਕ ਇਕੁਏਸ਼ਨ ਜਾਂ ਪੋਲੀਨੋਮੀਅਲ ਅਤੇ 2 ਘਾਤੀ ਬਹੁਪਦ ਜਿਹੜਾ ਕਿ ਬੋਲਦੇ ਹਾਂ। ਸੋ ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ 3 ਘਾਤੀ ਬਹੁਪਦ ਜਾਂ ਕਿਊਬਿਕ ਪੋਲੀਨੋਮੀਅਲ। ਸੋ 3 ਤੋਂ ਕਲੀਅਰ ਹੁੰਦਾ ਕਿ ਸਾਡੇ ਕੋਲ ਜਿਹੜੀ ਘਾਤ ਹੈ ਜਾਂ ਪਾਵਰ ਹੈ ਉਹ ਕਿੰਨੀ ਹੋ ਜਾਏਗੀ, ਬਰਾਬਰ 3। ਸੋ ਇੱਥੇ ਐਗਜ਼ਾਮਪਲ ਸਾਡੇ ਕੋਲ ਹੋਣਗੀਆਂ x ਦੀ ਘਾਤ 3 plus y plus 2, x ਦੀ ਘਾਤ ਚਲੋ s ਦੀ ਘਾਤ 3 plus t plus u, ਇਹ ਹੋ ਗਿਆ ਸਾਡੇ ਕੋਲ। ਸੋ x ਦੀ ਘਾਤ 3 plus 3x plus y। ਸੋ ਇਸ ਤਰ੍ਹਾਂ ਇਸ ਦੀ ਘਾਤ ਵੀ ਕਿੰਨੀ ਹੈ ਸਾਡੇ ਕੋਲ, ਦੇਖੋ 3 ਦਿੱਤੀ ਗਈ ਹੈ। ਸੋ ਜਦੋਂ ਘਾਤ ਸਾਡੇ ਕੋਲ ਵੱਧ ਤੋਂ ਵੱਧ ਘਾਤ ਚੈੱਕ ਕਰਨੀ ਹੈ, ਮੰਨ ਲਓ ਇੱਥੇ ਘਾਤ 2 ਵੀ ਹੈ ਸਾਡੇ ਕੋਲ, ਤਾਂ ਇਹਦੀ ਵੱਧ ਤੋਂ ਵੱਧ ਘਾਤ ਕਿੰਨੀ ਹੈ 3 ਹੈ, ਤਾਂ ਸਾਡੇ ਕੋਲ ਇਹ ਕੀ ਹੋਏਗਾ 3 ਘਾਤੀ ਬਹੁਪਦ ਜਾਂ ਕਿਊਬਿਕ ਪੋਲੀਨੋਮੀਅਲ ਜਿਹੜਾ ਸਾਡੇ ਕੋਲੇ ਹੋਵੇਗਾ। ਸੋ ਇਹ ਗਿਆ। ਹੁਣ ਇਸ ਤੋਂ ਇਲਾਵਾ ਕੁਝ ਹੋਰ ਅਸੀਂ ਪੜ੍ਹੀਏ ਤਾਂ ਮੰਨ ਲਓ ਜੇਕਰ ਤੁਹਾਡੇ ਕੋਲ ਕੱਲਾ ਇੱਕ ਐਕਸਪ੍ਰੈਸ਼ਨ ਦਿੱਤਾ ਗਿਆ ਹੈ 2 ਜਾਂ 3 ਦਿੱਤਾ ਜਾਂ -5 ਦਿੱਤਾ, ਸੋ ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਕਾਂਸਟੈਂਟ ਪੋਲੀਨੋਮੀਅਲ, ਕਿਉਂਕਿ ਸਾਰੇ ਨੰਬਰ ਹਨ ਜਿਹੜੇ ਸਾਡੇ ਕੋਲ ਜਾਂ ਇੱਥੇ a b c ਦਿੱਤਾ ਹੋਵੇ, ਠੀਕ ਹੈ, ਇਸ ਤਰ੍ਹਾਂ ਕਾਂਸਟੈਂਟ ਪੋਲੀਨੋਮੀਅਲ ਅਚਲ ਬਹੁਪਦ। ਸੋ ਇਸ ਤੋਂ ਇਲਾਵਾ ਜੇਕਰ ਸਾਡੇ ਕੋਲ 0 ਦਿੱਤਾ ਗਿਆ ਹੋਵੇ ਤਾਂ ਇਸ ਨੂੰ ਅਸੀਂ ਕਹਿੰਦੇ ਹਾਂ 0 ਬਹੁਪਦ, 0 ਪੋਲੀਨੋਮੀਅਲ। ਸੋ ਇਹ ਹੈ ਸਾਡੇ ਕੋਲ ਚੈਪਟਰ 2 ਪੋਲੀਨੋਮੀਅਲ ਦੇ ਵਿੱਚ ਅਸੀਂ ਟਾਈਪਸ ਆਫ ਪੋਲੀਨੋਮੀਅਲ ਜਿਹੜੀਆਂ ਕਿ ਅਸੀਂ ਦੋ ਆਧਾਰ ਤੇ ਕੀਤੀਆਂ, ਔਨ ਦਾ ਬੇਸਿਸ ਆਫ ਟਰਮਸ ਐਂਡ ਔਨ ਦਾ ਬੇਸਿਸ ਆਫ ਪਾਵਰਸ। ਸੋ ਦੋਵਾਂ ਬਾਰੇ ਤੁਹਾਨੂੰ ਜਿਹੜਾ ਕਲੈਰਿਟੀ ਜਿਹੜੀ ਉਹ ਹੋ ਗਈ ਹੋਵੇਗੀ, ਤੁਸੀਂ ਸਮਝ ਗਏ ਹੋਵੋਗੇ। ਸੋ ਇਸ ਤੋਂ ਬਾਅਦ ਇੱਕ ਕਨਸੈਪਟ ਹੋਰ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਮੰਨ ਲਓ ਕਿ ਇੱਕ ਘਾਤੀ ਬਹੁਪਦ ਹੈ ਜਿਸ ਨੂੰ ਅਸੀਂ ਰੇਖੀ ਬਹੁਪਦ ਬੋਲਦੇ ਹਾਂ, ਲੀਨੀਅਰ ਪੋਲੀਨੋਮੀਅਲ ਬੋਲਦੇ ਹਾਂ। ਇਸ ਦੀ ਜਿਹੜੀ 0 ਪਤਾ ਕਰਨੀ ਹੁਣ, ਇਸ ਦੇ ਮੁੱਲ ਪਤਾ ਕਰਨੇ ਹੁਣ, ਇਸ ਦੇ ਜਿਹੜੇ ਮੁੱਲ ਹੋਣਗੇ ਜਾਂ ਕਈ ਵਾਰ ਲਿਖਿਆ ਹੁੰਦਾ ਕਿ 0 ਪਤਾ ਕਰੋ, ਇਸ ਦੇ ਜਿਹੜੇ ਮੁੱਲ ਹੋਣਗੇ ਜਾਂ 0 ਹੋਣਗੀਆਂ ਉਹ ਕਿੰਨੀਆਂ ਹੋਣਗੀਆਂ 1, ਮਤਲਬ ਕਿ ਜਿੰਨੀ ਘਾਤ ਹੋਵੇ ਉਨੀਆਂ 0 ਹੁੰਦੀਆਂ ਹਨ। ਹੁਣ ਇਸ ਦੇ ਵਿੱਚ ਘਾਤ ਕਿੰਨੀ ਹੈ 2, ਤਾਂ ਇਸ ਦੀਆਂ 0 ਕਿੰਨੀਆਂ ਹੋਣਗੀਆਂ ਸਾਡੇ ਕੋਲ, ਇਸ ਦੀਆਂ 0 ਹੋਣਗੀਆਂ 2। ਸੋ ਇਸ ਤਰ੍ਹਾਂ ਇਹ ਕਿੰਨੀ ਘਾਤੀ ਹੈ 3 ਘਾਤੀ, ਤਾਂ ਇਸ ਦੀਆਂ 0 ਕਿੰਨੀਆਂ ਹੋਣਗੀਆਂ 3 ਹੋਣਗੀਆਂ। ਸੋ ਇਹ 0 ਬਾਰੇ ਜਦੋਂ ਕੁਐਸਚਨਸ ਆਉਣਗੇ ਅਸੀਂ ਉਹਨਾਂ ਦੇ ਵਿੱਚ ਵੀ ਜ਼ਿਆਦਾ ਕਲੀਅਰ ਕਰ ਲਾਂਗੇ। ਮਤਲਬ ਇਸ ਦਾ ਵੈਸੇ ਮੀਨਿੰਗ ਕੀ ਹੁੰਦਾ ਹੈ ਕਿ ਜੇਕਰ ਇੱਥੇ x ਦੀ ਇੱਕ ਹੀ ਵੈਲਿਊ ਹੋ ਸਕਦੀ ਹੈ, y ਦੀ ਇੱਕ ਹੀ ਵੈਲਿਊ ਹੋ ਸਕਦੀ ਹੈ, ਇੱਥੇ x ਦੀ ਇੱਕ ਹੀ ਵੈਲਿਊ ਹੋ ਸਕਦੀ ਹੈ, ਇਸ ਤਰ੍ਹਾਂ ਇੱਥੇ x ਦੀਆਂ 2 ਵੈਲਿਊਜ਼ ਹੋ ਸਕਦੀਆਂ ਨੇ, ਇੱਥੇ x ਦੀਆਂ 3 ਵੈਲਿਊਜ਼ ਜਿਹੜੀਆਂ ਕਿ ਉਹ ਹੋ ਸਕਦੀਆਂ ਨੇ। ਇਸ ਨੂੰ ਅਸੀਂ ਬੋਲਦੇ ਹਾਂ ਕਿ ਉਸ ਦੀਆਂ 0 ਜਿਹੜੀਆਂ ਸਾਡੇ ਕੋਲ ਕਿੰਨੀਆਂ ਹੁੰਦੀਆਂ ਹਨ। ਸੋ ਇਹ ਸੀ ਸਾਡੀ ਚੈਪਟਰ 2 ਦੀ ਇੰਟਰੋਡਕਸ਼ਨ ਦੀ ਕਲਾਸ, ਜਿਸ ਦੇ ਵਿੱਚ ਅਸੀਂ ਪੋਲੀਨੋਮੀਅਲ ਦੀ ਟਾਈਪਸ ਬਾਰੇ ਸਿੱਖਿਆ ਤੇ ਉਸਦੇ ਕੁਝ ਟਰਮ ਜਿਹੜੀਆਂ ਚੱਲ, ਅਚਲ, ਘਾਤ ਤੇ ਗੁਣਾਂਕ ਬਾਰੇ ਵੀ ਜਾਣਕਾਰੀ ਲਈ ਹੈ। ਸੋ ਉਮੀਦ ਕਰਦਾ ਇਹ ਕਲਾਸ ਜਿਹੜੀ ਤੁਹਾਨੂੰ ਕਲੀਅਰ ਹੋ ਗਈ ਹੋਵੇਗੀ। ਸੋ ਜੇਕਰ ਵਧੀਆ ਲੱਗਾ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ, ਦੂਸਰੇ ਬੱਚਿਆਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਜ਼ ਦੇ ਲਿੰਕ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਰਹਿਣ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ।